ਆਪ ਸਾਰੇ ਦਰਸ਼ਕਾਂ ਨੂੰ ਦਾਸ ਧੀਰਜ ਸਿੰਘ ਧੀਰਜ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਵਿਚਾਰ ਚਰਚਾ ਦਾ ਸਾਡਾ ਜੋ ਵਿਸ਼ਾ ਹੈ ਉਹ ਵਿਸ਼ਾ ਕੁਝ ਇੱਕ ਅਪਗ੍ਰੇਡ ਪ੍ਰਚਾਰਕਾਂ ਵੱਲੋਂ ਇਸ ਗੱਲ ਦੀ ਬੜੀ ਦਲੀਲ ਦਿੱਤੀ ਜਾਂਦੀ ਹੈ ਕਿ ਸੋਹਣੇ ਸਮਾਜ ਦੀ ਸਿਰਜਣਾ ਦੇ ਲਈ ਜੋ ਅੱਜ ਦੀ ਸਾਡੇ ਸੋਹਣੇ ਸਮਾਜ ਹੈ ਸਾਡੀਆਂ ਬਹੁਤ ਵੱਡੀਆਂ ਉਹ ਅੜਚਣਾਂ ਬਣਦੀਆਂ ਉਹ ਰੋੜਾ ਬਣਦੀਆਂ ਉਹ ਸਾਡੀਆਂ ਪਰੰਪਰਾਵਾਂ ਜੋ ਗੁਰੂ ਸਾਹਿਬ ਦੇ ਵੇਲੇ ਵੀ ਇਸਟੈਬਲਿਸ਼ ਕੀਤੀਆਂ ਗਈਆਂ ਸਾਡੀਆਂ ਪਰੰਪਰਾਵਾਂ ਸਨ। ਅੱਜ ਇਸ ਗੱਲ ਦੀ ਵਕਾਲਤ ਕੀਤੀ ਜਾਂਦੀ ਹੈ ਕਿ ਉਹਨਾਂ ਪਰੰਪਰਾਵਾਂ ਨੂੰ ਵਿੱਚੋਂ ਬਾਹਰ ਕੱਢਿਆ ਜਾਵੇ, ਮਨਫੀ ਕੀਤਾ ਜਾਵੇ ਤੇ ਸਾਡੇ ਇੱਕ ਸੋਹਣੇ ਸਮਾਜ ਦੀ ਸਿਰਜਣਾ ਕੀਤੀ ਜਾਵੇਗੀ। ਮੇਰੇ ਨਾਲ ਅੱਜ ਇਸ ਵਿਚਾਰ ਚਰਚਾ ਵਿੱਚ ਜੋ ਹਿੱਸਾ ਲੈ ਰਹੇ ਹਨ ਉਹ ਸਰਦਾਰ ਹਰਦੇਵ ਸਿੰਘ ਜੀ ਜੰਮੂ। ਆਓ ਉਹਨਾਂ ਨਾਲ ਅਗਲੀ ਵਿਚਾਰ ਚਰਚਾ ਅਸੀਂ ਸ਼ੁਰੂ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵੀਰ ਜੀ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਜੋ ਆਪ ਜੀ ਨਾਲ ਵਿਚਾਰ ਚਰਚਾ ਦਾ ਅਸੀਂ ਵਿਸ਼ਾ ਸ਼ੁਰੂ ਕਰੀਏ, ਸਰੋਵਰ ਸਾਡੀ ਬਹੁਤ ਵੱਡੀ ਗੁਰੂ ਸਾਹਿਬ ਦੀ ਕੀਤੀ ਹੋਈ ਐਸਟੈਬਲਿਸ਼ਮੈਂਟ ਹੈ। ਉਸ ਸਰੋਵਰ ਦੇ ਵਿੱਚ ਸਾਰਾ ਹੀ ਸਿੱਖ ਸਮਾਜ ਇਸ਼ਨਾਨ ਵੀ ਕਰਦਾ ਹੈ, ਇਸ ਗੱਲ 'ਤੇ ਬਿਲੀਵ ਵੀ ਕਰਦਾ ਹੈ ਕਿ ਸਾਡੀ ਗੁਰੂ ਸਾਹਿਬ ਵੱਲੋਂ ਸ਼ੁਰੂ ਕੀਤੀ ਹੋਈ ਪਰੰਪਰਾਵਾਂ ਨੂੰ ਅਸੀਂ ਬੜੀ ਅਕੀਦੇ ਨਾਲ ਨਿਭਾਉਂਦੇ ਹਾਂ। ਆਪ ਜੀ ਸਾਨੂੰ ਇਸ ਗੱਲ ਦਾ ਵਿਚਾਰ ਚਰਚਾ ਰਹੀ ਹੈ ਆਪਣੇ ਦੇ ਕੇ ਸਾਨੂੰ ਜਵਾਬ ਦੇ ਕੇ ਗੱਲ ਦੱਸੋ ਕਿ ਕਿਆ ਸਾਡੀਆਂ ਸੋਹਣੇ ਸਮਾਜ ਦੀ ਸਿਰਜਣਾ ਵੀ ਸਾਡੀਆਂ ਪਰੰਪਰਾਵਾਂ ਕੋਈ ਅੜਚਣਾਂ ਬਣਦੀਆਂ? ਹਾਂ, ਇਹ ਇੱਕ ਬੜਾ ਤੁਹਾਡਾ ਇੰਪੋਰਟੈਂਟ ਸਵਾਲ ਹੈ। ਉਸ ਪਰਿਪੇਖ ਦੇ ਵਿੱਚ ਜਿਸ ਵੇਲੇ ਅਸੀਂ ਇਸ ਗੱਲ ਦੇ ਉੱਪਰ ਸਹਿਮਤ ਹਾਂ ਕਿ ਗੁਰੂ ਸਾਹਿਬ ਨੇ ਸਾਨੂੰ ਬਹੁਤ ਸਾਰੀ ਜਿਹੜੇ ਦਕਿਆਨੂਸੀ ਜਾਂ ਫੋਕਟ ਕਾਂਡ ਸਨ ਉਹਨਾਂ ਤੋਂ ਸਾਨੂੰ ਵਰਜਿਆ, ਲੇਕਿਨ ਉਹਦੇ ਬਦਲ ਦੇ ਵਿੱਚ ਸਾਨੂੰ ਕੁਝ ਪਰੰਪਰਾਵਾਂ ਦਿੱਤੀਆਂ, ਕੁਝ ਨਿਯਮ ਦਿੱਤੇ, ਕਿਉਂਕਿ ਕੋਈ ਵੀ ਸਮਾਜ ਜਿਹੜਾ ਉਹ ਬਿਨਾਂ ਨਿਯਮ ਦੇ ਕੋਈ ਵੀ ਸਿਸਟਮ ਨਹੀਂ ਚੱਲਦਾ। ਈਵਨ ਤੁਸੀਂ ਸਾਰੀ ਕਾਇਨਾਤ ਦੇਖ ਲਓ, ਸੂਰਜ ਚੰਨ ਧਰਤੀ ਸਾਰੇ ਦੇਖ ਲਓ, ਇੱਕ ਨਿਯਮਬੱਧਤਾ ਦੇ ਵਿੱਚ ਇਸ ਬ੍ਰਹਮੰਡ ਦੀ ਹਰਸ਼ ਹੈ ਨਿਯਮਬੱਧਤਾ, ਕਿਸੇ ਨਿਯਮ ਵਿੱਚ ਚੱਲਦੀ। ਸਾਡਾ ਸਰੀਰ ਇੱਕ ਨਿਯਮ ਦੇ ਵਿੱਚ ਹੈ। ਅਗਰ ਸਾਡਾ ਸਰੀਰ ਨਿਯਮ ਵਿੱਚ ਹੈ ਤੇ ਸਾਡਾ ਘਰ ਵੀ ਇੱਕ ਨਿਯਮ ਵਿੱਚ ਹੈ। ਜੇ ਸਾਡਾ ਪਰਿਵਾਰ ਇੱਕ ਨਿਯਮ ਵਿੱਚ ਹੈ ਤੇ ਸਾਡਾ ਮੁਹੱਲਾ ਵੀ ਇੱਕ ਨਿਯਮ ਵਿੱਚ ਹੈ। ਜੇ ਮੁਹੱਲਾ ਇੱਕ ਨਿਯਮ ਵਿੱਚ ਹੈ ਤੇ ਸ਼ਹਿਰ ਵੀ ਇੱਕ ਨਿਯਮ ਵਿੱਚ ਹੈ, ਤੇ ਜੇ ਸ਼ਹਿਰ ਇੱਕ ਨਿਯਮ ਵਿੱਚ ਹੈ ਤੇ ਇੱਕ ਦੇਸ਼ ਵੀ ਨਿਯਮ। ਉਸੇ ਨੂੰ ਅਸੀਂ ਮਰਿਆਦਾ ਦਾ ਰੂਪ ਵੀ ਦਿੰਦੇ। ਸੋ ਕੁਝ ਪਰੰਪਰਾਵਾਂ ਉਹਨਾਂ ਨੇ ਸਾਨੂੰ ਨਿਯਮਬੱਧਤਾ ਦੇ ਰੂਪ ਵਿੱਚ ਦਿੱਤੀਆਂ, ਜਿਨ੍ਹਾਂ ਦੇ ਪਿੱਛੇ ਫਿਲਾਸਫੀਕਲ ਕਨਸੈਪਟ ਵੀ ਸੀਗੇ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਸਥਿਤੀ ਉਸ ਲਈ ਅਜੀਬ ਬਣ ਗਈ ਕਿ ਜਿਸ ਲਈ ਸਾਨੂੰ ਇਹ ਕਿਹਾ ਗਿਆ ਕੁਝ ਸੋ ਕਾਲਡ ਪ੍ਰਚਾਰਕਾਂ ਵੱਲੋਂ ਇਹ ਕਿਹਾ ਗਿਆ ਕਿ ਜਦ ਤੱਕ ਅਸੀਂ ਗੁਰੂ ਵੱਲੋਂ ਐਸਟੈਬਲਿਸ਼ ਕੀਤੀਆਂ ਪਰੰਪਰਾਵਾਂ ਨੂੰ ਵੀ ਨਹੀਂ ਛੱਡਦੇ, ਠੀਕ ਹੈ, ਤਦ ਤੱਕ ਸਾਡੀ ਤਰੱਕੀ ਨਹੀਂ ਹੋ ਸਕਦੀ। ਅੱਛਾ, ਸੁੰਦਰ ਸਮਾਜ ਸੋਹਣਾ ਸਮਾਜ ਨਹੀਂ ਬਣਦਾ। ਔਰ ਵਿਸ਼ੇਸ਼ ਤੌਰ ਤੇ ਇਹ ਕਹਿਣ ਵੇਲੇ ਉਹਨਾਂ ਨੇ ਵੈਸਟ ਦੀਆਂ ਸਾਨੂੰ ਠੀਕ ਹੈ ਕਿ ਵੈਸਟ ਦੇ ਮੁਕਾਬਲੇ ਅਗਰ ਅਸੀਂ ਤਰੱਕੀ ਕਰਨੀ ਹੈ, ਠੀਕ ਹੈ, ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਣਾ ਛੱਡਣਾ ਪਏਗਾ, ਠੀਕ ਹੈ, ਗੁਰੂ ਸਾਹਿਬਾਨ ਨੂੰ ਗੁਰੂ ਕਹਿਣਾ ਛੱਡਣਾ ਪਏਗਾ, ਠੀਕ ਹੈ, ਗੁਰੂ ਸਾਹਿਬ ਦੇ ਉੱਪਰ ਚੰਦੋਆ ਜਿਹੜਾ ਉਹ ਕਸਮ ਛੱਡਣਾ ਪਏਗਾ, ਠੀਕ ਹੈ, ਉਹਦੇ ਕੀਰਤਨ ਦੇ ਉੱਪਰ ਜਿਹੜਾ ਉਹ ਸਾਨੂੰ ਕਿੰਤੂ ਪ੍ਰੰਤੂ ਕਰਨਾ ਪਏਗਾ। ਯਾਨੀ ਕਿ ਅਹਿਮ ਜਿਹੜੀਆਂ ਸਾਡੀਆਂ ਐਸਟੈਬਲਿਸ਼ਡ ਜਿਹੜੀ ਨਿਯਮਾਵਲੀ ਹੈ, ਠੀਕ ਹੈ, ਉਸ ਨੂੰ ਜਦ ਤੱਕ ਅਸੀਂ ਨਹੀਂ ਛੱਡਦੇ ਤਦ ਤੱਕ ਸਾਡੀ ਤਰੱਕੀ ਨਹੀਂ ਹੋ ਸਕਦੀ। ਉਹ ਨਿਯਮਾਵਲੀ ਦੇ ਕਾਰਨ ਅਸੀਂ ਅੱਗੇ ਨਹੀਂ ਵੱਧ ਸਕੇ, ਠੀਕ ਹੈ, ਜਦ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਿੱਖ ਇੱਕ ਪ੍ਰੋਗਰੈਸਿਵ ਔਰ ਇੱਕ ਤਰੱਕੀ ਯਾਫਤਾ ਸਮਾਜ ਹੈ। ਬਿਲਕੁਲ। ਤਾਂ ਹੁਣ ਤੁਸੀਂ ਸਰੋਵਰਾਂ ਦੀ ਗੱਲ ਕੀਤੀ ਹੈ, ਤੇ ਸਰੋਵਰ ਦਾ ਕਨਸੈਪਟ ਤੇ ਸਭ ਨੂੰ ਪਤਾ ਕਿ ਉਹ ਕਿਸ ਅੰਦਾਜ਼ ਦੇ ਵਿੱਚ ਗੁਰੂ ਸਾਹਿਬ ਨੇ ਕਿਉਂ ਕੀਤਾ, ਠੀਕ ਹੈ, ਉਹ ਵੱਖਰਾ ਵਿਸ਼ਾ ਹੈ ਨਾ। ਉਹ ਇੱਕ ਊਚ ਨੀਚ ਦੇ ਭਾਵ ਨੂੰ ਮਿਟਾਉਣ ਵਾਸਤੇ, ਇੱਕ ਕੋਈ ਬੰਦਾ ਆਪਣੇ ਆਪ ਨੂੰ ਜ਼ਿਆਦਾ ਵਿਦਵਾਨ ਸਮਝੇ, ਠੀਕ ਹੈ, ਔਰ ਕੋਈ ਇਸ ਕਵੇ ਕਿ ਨਹੀਂ ਦੂਸਰਾ ਬੰਦਾ ਮੇਰੇ ਤੋਂ ਨੀਵਾਂ ਕਿਉਂਕਿ ਵਿਦਵਾਨ ਘੱਟ ਹੈ, ਸਮਾਜ ਦੀ ਸਮਾਨਤਾ ਦੇ ਲਈ, ਸਮਾਜ ਦੀ ਸਮਾਨਤਾ ਲਈ, ਠੀਕ ਹੈ ਨਾ। ਹੁਣ ਇਹ ਗੱਲ ਵੱਖਰੀ ਹੈ ਕਿ ਕੋਈ ਉਸ ਸਰੋਵਰ ਨੂੰ ਕਿਸੇ ਹੋਰ ਦ੍ਰਿਸ਼ਟੀ ਨਾਲ ਵੀ ਦੇਖ ਸਕਦਾ, ਉਹ ਉਹਦੀ ਇੰਡੀਵਿਜੂਅਲ ਦੀ ਸੋਚ ਹੈ, ਉਹ ਵਨ ਕੈਨ ਨਾਟ ਕੰਟਰੋਲ ਆਨ। ਬਿਲਕੁਲ, ਕਿ ਤੁਸੀਂ ਕਿਸੇ ਇੰਡੀਵਿਜੂਅਲ ਦੀ ਸੋਚ ਨੂੰ ਕਿਸੇ ਸਖਤੀ ਦੇ ਨਾਲ ਤੁਸੀਂ ਜ਼ਬਰਦਸਤੀ ਨਾਲ ਨਹੀਂ ਰੋਕ ਸਕਦੇ, ਠੀਕ ਹੈ ਨਾ। ਤੇ ਅਸੀਂ ਸਭ ਤੋਂ ਪਹਿਲੇ ਐਗਜ਼ਾਮਪਲ ਲੈਂਦੇ ਹਾਂ ਕਿ ਉਹ ਕਹਿੰਦੇ ਨੇ ਕਿ ਬਈ ਈਸਾਈ ਇਸ ਵਾਸਤੇ ਤਰੱਕੀ ਕਰ ਗਏ, ਬਾਹਰ ਦੇ ਮੁਲਕ ਇਸ ਵਾਸਤੇ ਤਰੱਕੀ ਕਰ ਗਏ ਕਿ ਉਹਨਾਂ ਨੇ ਛੱਡਤਾ ਇਹ ਇੰਪ੍ਰੈਸ਼ਨ ਜਿਹੜਾ ਕਾਸਟ ਕੀਤਾ। ਤੇ ਤੁਸੀਂ ਸਰੋਵਰ ਦੀ ਗੱਲ ਕੀਤੀ ਹੈ, ਤੇ ਆਓ ਅਸੀਂ ਇੱਕ ਕਲਿੱਪ ਨੂੰ ਦੇਖਦੇ ਹਾਂ ਜਿਹਦੇ ਵਿੱਚ ਤੁਹਾਨੂੰ ਈਸਾਈ ਜਿਹੜੇ ਨੇ ਉਹ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਈਸਾਈ ਵੀ ਨੇ ਉਹ ਹਰ ਸਾਲ ਦੇ ਵਿੱਚ ਲੱਖਾਂ ਦੀ ਤਾਦਾਦ ਵੀ ਜਾਰਡਨ ਰਿਵਰ ਵਿੱਚ ਜਾ ਕੇ ਇਸ਼ਨਾਨ ਕਰਦੇ। ਅੱਛਾ, ਇੱਕ ਕਲਿੱਪ ਰਾਹੀਂ ਸਾਡੇ ਪਾਸ, ਹਾਂ, ਉਹ ਕਲਿੱਪ ਸਾਡੇ ਕੋਲ। ਫਿਰ ਇੱਕ ਅਸੀਂ ਉਹਨੂੰ ਪਹਿਲੇ ਉਸ ਕਲਿੱਪ ਨੂੰ ਦੇਖ ਲੈਂਦੇ ਹਾਂ, ਠੀਕ ਹੈ।
ਅੱਛਾ, ਇਹ ਕਲਿੱਪ ਅਸੀਂ ਦੇਖ ਲਿਆ। ਠੀਕ ਹੈ। ਹੁਣ ਤੁਸੀਂ ਇੱਕ ਕਲਿੱਪ ਨੂੰ ਦੇਖੋ ਹਾਂਜੀ। ਜਿਹਦੇ ਵਿੱਚ ਫਰਾਂਸ ਦਾ ਇੱਕ ਸ਼ਹਿਰ ਹੈ ਲੌਂਡਰਸ। ਠੀਕ ਹੈ। ਲੌਂਡਰਸ ਸ਼ਹਿਰ ਦੇ ਵਿੱਚ ਲੱਖਾਂ ਈਸਾਈ ਜਾਂਦੇ ਨੇ। ਇੱਕ ਵਰਜਨ ਮੈਰੀ ਦਾ ਸਥਾਨ ਹੈ ਉੱਥੇ ਇਸ਼ਨਾਨ ਕਰਨ ਵਾਸਤੇ, ਇਹ ਸੋਚ ਕੇ ਕਿ ਇੱਥੇ ਇਸ਼ਨਾਨ ਕਰਨ ਨਾਲ ਸਾਡੀ ਬਿਮਾਰੀਆਂ ਦੂਰ ਹੋਣਗੀਆਂ। ਜਦ ਕਿ ਅਸੀਂ ਦਲੀਲ ਦਿੰਦੇ ਹਾਂ ਕਿ ਵੈਸਟਰਨ ਸਮਾਜ ਤੇ ਬੜਾ ਜ਼ਿਆਦਾ ਡਿਵੈਲਪ ਸਮਾਜ ਹੈ, ਉਹ ਇਸ ਗੱਲ ਤੇ ਬਿਲੀਵ ਨਹੀਂ ਕਰਦਾ। ਲੇਕਿਨ ਆਓ ਅਸੀਂ ਇਸ ਕਲਿੱਪ ਦੇ ਰਾਹੀਂ ਦੇਖੀਏ ਕਿ ਇਸ ਲੌਂਡਰਸ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਲੱਖਾਂ ਜਿਹੜੇ ਈਸਾਈ ਇਕੱਠੇ ਹੁੰਦੇ ਨੇ, ਜਾ ਕੇ ਇਸ਼ਨਾਨ ਕਰਕੇ ਆਪਣੀ ਬਿਮਾਰੀਆਂ ਦੂਰ ਕਰਨ ਦੀ ਤਮੰਨਾ, ਇਹ ਉਹਨਾਂ ਦਾ ਵਿਸ਼ਵਾਸ ਬਣਿਆ। ਇਹਦੇ ਇਲਾਵਾ ਤੁਸੀਂ ਦੇਖੋ ਕਿ ਨਗਰ ਕੀਰਤਨਾਂ ਤੇ ਬੜੀ ਟੀਕਾ ਟਿੱਪਣੀ ਹੁੰਦੀ ਹੈ। ਠੀਕ ਹੈ, ਉਹਦੇ ਨਾਲ ਕੁਝ ਸਾਡੇ ਟ੍ਰੈਫਿਕ ਕੰਸਰਨਸ ਹੁੰਦੇ ਨੇ, ਲੇਕਿਨ ਟੀਕਾ ਟਿੱਪਣੀ ਹੁੰਦੀ ਕਿ ਨਗਰ ਕੀਰਤਨਾਂ ਦੇ ਉੱਪਰ ਕੁਝ ਪ੍ਰੋਗਰੈਸਿਵ ਪ੍ਰਚਾਰ ਕਰਦੇ। ਤੇ ਆਓ ਅਸੀਂ ਦੇਖੀਏ ਕਿ ਉਹ ਲੋਕ ਜਿਹੜੇ ਨੇ ਉਹ ਆਪਣੇ ਸੜਕਾਂ ਤੇ ਪ੍ਰੋਸੈਸ਼ਨ ਜਿਹੜੇ ਨੂੰ ਕਿਸ ਤਰ੍ਹਾਂ ਕੱਢਦੇ। ਇਹਦੇ ਬਾਰੇ ਵਿੱਚ ਅਸੀਂ ਸਪੇਨ ਵਗੈਰਾ, ਫਰਾਂਸ, ਜਿਹੜੇ ਈਸਾਈ ਮਤ ਨੂੰ ਮੰਨਣ ਵਾਲੇ ਲੋਕੀ ਉਹ ਆਪਣੇ ਉਸ ਧਾਰਮਿਕ ਇਕੀਕਰਨ ਨੂੰ ਪੂਰਾ ਕਰਨ ਲਈ ਇੱਕ ਨਗਰ ਕੀਰਤਨ ਕੱਢਦੇ, ਜਿਸ ਨੂੰ ਜਲੂਸਾ ਟਾਈਪ ਉਹ ਕਹਿੰਦੇ ਨੇ, ਅਸੀਂ ਨਗਰ ਕੀਰਤਨ ਦਾ ਨਾਮ ਦਿੰਦੇ ਹਾਂ, ਉਹ ਕੱਢਦੇ। ਉਹਨਾਂ ਦਾ ਕਲਿੱਪ ਵੀ ਦੇਖ ਲੈਂਦੇ ਹਾਂ। ਅੱਛਾ, ਇਹ ਹੁਣ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਉਹ ਸੜਕਾਂ ਤੇ ਚੱਲ ਰਹੇ ਨੇ। ਤੇ ਇੱਕ ਬੜੀ ਇੰਪੋਰਟੈਂਟ ਚੀਜ਼ ਦੇਖੀਏ ਕਿ ਰਸ਼ੀਆ ਦੇ ਅੰਦਰ ਜੋ ਅਸੀਂ ਸਰੋਵਰਾਂ ਦਾ ਇਸ਼ਨਾਨ ਦੇਖਿਆ ਉੱਥੇ, ਠੀਕ ਹੈ, ਤੇ ਅਸੀਂ ਦੇਖੀਏ ਕਿ ਰਸ਼ੀਆ ਦੇ ਵਿੱਚ ਜਿਹੜੇ ਆਰਥੋਡਾਕਸੀ ਚਰਚ ਦੇ ਲੋਕ ਮੰਨਣ ਵਾਲੇ ਉਹ ਭਾਰੀ ਤਾਦਾਦ ਵਿੱਚ ਕਿਸ ਤਰ੍ਹਾਂ ਇਸ਼ਨਾਨ ਕਰਦੇ ਨੇ। ਈਵਨ ਰਸ਼ੀਅਨ ਪ੍ਰੈਜ਼ੀਡੈਂਟ ਜਿਹੜਾ ਉਹ ਵੀ ਫਰੀਜ਼ਿੰਗ ਟੈਂਪਰੇਚਰ ਦੇ ਵਿੱਚ ਜਾ ਕੇ ਇਸ਼ਨਾਨ ਕਰ ਰਿਹਾ। ਤੇ ਇਸ ਕਲਿੱਪ ਉਸ ਆਪਣੇ ਬਿਲੀਵ ਨੂੰ ਪੂਰਾ ਕਰਨ ਲਈ ਅਸੀਂ ਚਾਹਾਂਗੇ ਦਰਸ਼ਕ ਉਸ ਕਲਿੱਪ ਨੂੰ ਵੀ ਦੇਖ ਲੈਣ। In Moscow's Cathedral of Christ the Saviour, the Russian Patriarch led a service to honour the birth and baptism of Jesus. During the ceremony, he blessed water which was distributed among the faithful, a tradition considered holy and pure. Many others, however, choose a more rigorous test to mark the occasion. In Russia's Sakha Republic, traditional celebrations consist of carving crosses and crucifix-shaped structures out of ice. Every year, Orthodox believers immerse themselves in rivers and lakes to commemorate the baptism of Jesus. And this year they were joined by President Vladimir Putin, who's developed a habit of stripping off in public. ਅੱਛਾ, ਇਹਦੇ ਨਾਲ ਹੁਣ ਕੀ ਹੈ ਕਿ ਸਾਨੂੰ ਇਹ ਵੀ ਵਰਜਿਆ ਜਾ ਰਿਹਾ ਹੈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਕਿਉਂ ਟੇਕਦੇ ਹੋ, ਰਿਸਪੈਕਟ ਦੇ ਵਜੋਂ ਮੱਥਾ ਨਹੀਂ ਟੇਕਣਾ। ਤੇ ਉਹਦੇ ਵਿੱਚ ਅਸੀਂ ਚਲੋ ਹੁਣ ਵੈਸਟ ਦੀ ਐਗਜ਼ਾਮਪਲ ਲੈਂਦੇ ਤੇ ਅਸੀਂ ਵੈਸਟ ਦੀ ਐਗਜ਼ਾਮਪਲ ਦਿੰਦੇ ਆ। ਨੈਚੁਰਲੀ ਉਹਨਾਂ ਦੀ ਦਲੀਲ ਨੂੰ ਇੱਕ ਕਲਿੱਪ ਦੇਖਦੇ ਆ ਜਿਹਦੇ ਵਿੱਚ ਇੱਕ ਸੈਲਿਊਟ ਜਿਹੜਾ ਕਰਨਾ ਨਾ ਉਹ ਇੱਕ ਬੜੀ ਵੱਡੀ ਪਰੰਪਰਾ ਹੈ, ਠੀਕ, ਆਲ ਓਵਰ ਵਰਲਡ ਦੇ ਵਿੱਚ।
ਔਰ ਇੱਕ ਕਲਿੱਪ ਅਸੀਂ ਦੇਖਾਂਗੇ, ਬੜਾ ਦਿਲਚਸਪ ਕਲਿੱਪ ਹੈ। ਠੀਕ ਹੈ ਕਿ ਓਬਾਮਾ ਜਿਹੜਾ ਹੈ ਉਹ ਕਿਤੇ ਜਾ ਰਿਹਾ ਹੈ, ਠੀਕ ਹੈ, ਤੇ ਉਹਨੂੰ ਇੱਕ ਉਹਦੇ ਖੜਾ ਕਰਮਚਾਰੀ ਗਾਰਡ ਨੇ ਸਲੂਟ ਕੀਤਾ ਔਰ ਓਬਾਮਾ ਨੂੰ ਜਵਾਬ ਦੇਣ ਦੀ ਉਹਦੀ ਮਰਿਆਦਾ ਵੱਲ ਧਿਆਨ ਨਹੀਂ ਗਿਆ ਤੇ ਉਹ, ਲੇਕਿਨ ਉਹ ਕਿਸ ਤਰ੍ਹਾਂ ਚਲਾ ਗਿਆ ਤੇ ਫਿਰ ਉਹਨੂੰ ਯਾਦ ਆਈ ਕਿ ਮੈਨੂੰ ਸੈਲੂਟ ਦਾ ਜਵਾਬ ਦੇਣਾ ਚਾਹੀਦਾ, ਜਹਾਜ਼ ਵੀ ਚੜ੍ਹ ਕੇ ਫਿਰ ਥੱਲੇ ਉਤਰਿਆ, ਤੇ ਉਹਦਾ ਕਲਿੱਪ ਵੀ ਅਸੀਂ ਦੇਖ ਲੈਂਦੇ ਹਾਂ। ਠੀਕ। ਅੱਛਾ, ਹੁਣ ਅਸੀਂ ਇਹ ਕਲਿੱਪ ਦੇਖਿਆ ਓਬਾਮਾ ਦਾ, ਠੀਕ ਹੈ। ਕੋਈ ਸਾਨੂੰ ਕਹਿ ਸਕਦਾ ਹੈ ਕਿ ਬਈ ਅਸਲੀ ਗਾਰਡ ਨੇ ਅਗਰ ਓਬਾਮਾ ਦਾ ਸਤਿਕਾਰ ਕਰਨਾ ਤੇ ਉਹਦੀ ਗੱਲ ਮੰਨਣਾ, ਅਸਲੀ ਸਤਿਕਾਰ ਕਰਨਾ ਤੇ ਗੱਲ ਮੰਨਣਾ, ਇਹਦੇ ਕੋਈ ਸ਼ੱਕ ਨਹੀਂ ਹੈ, ਤੇ ਲੇਕਿਨ ਸੈਲੂਟ ਦੀ ਕੀ ਲੋੜ ਹੈ? ਤੇ ਓਬਾਮਾ ਨੂੰ ਵੀ ਕੋਈ ਕਹਿ ਸਕਦਾ ਹੈ ਬਈ ਤੇਰਾ ਅਸਲੀ ਕੰਮ ਤੇ ਇਹ ਹੈ ਕਿ ਤੂੰ ਸੋਲਜਰਸ ਦੀਆਂ ਸਰਵਿਸ ਕੰਡੀਸ਼ਨਸ ਨੂੰ ਬੈਟਰ ਕਰ, ਉਹਨਾਂ ਨੂੰ ਅੱਛੀ ਹੈਲਥ ਫੈਸਿਲਿਟੀ ਦੇ, ਉਹਨਾਂ ਨੂੰ ਅੱਛੀ ਰੈਜ਼ੀਡੈਂਸ਼ੀਅਲ ਜਿਹੜਾ ਅਰੇਂਜਮੈਂਟ ਠੀਕ ਕਰੋ, ਤੇ ਬਈ ਸਲੂਟ ਦਾ ਜਵਾਬ ਦੇਣਾ ਜ਼ਰੂਰੀ ਹੈ। ਠੀਕ ਹੈ। ਔਰ ਇਹ ਵੇਲੇ ਦੇਖਿਆ ਗਿਆ ਕਿ ਉਹ ਜਿਹੜਾ ਗਾਰਡ ਹੁੰਦਾ ਉਹ ਆਪਣੇ ਸਲੂਟ ਨੂੰ ਉਸ ਵਕਤ ਤੱਕ ਹੋਲਡ ਕਰਕੇ ਰੱਖਦਾ ਜਦ ਤੱਕ ਓਬਾਮਾ ਮੁੜ ਕੇ ਵਾਪਸ ਨਹੀਂ ਆਉਂਦਾ, ਜਦ ਤੱਕ ਜਵਾਬ ਨਹੀਂ ਦਿੰਦਾ। ਸੋ ਇਹ ਪਰੰਪਰਾ ਹੈ, ਇਹ ਪਰੰਪਰਾ ਜਿਹਦਾ ਪਾਲਣ ਕਰ ਰਹੇ ਨੇ। ਸੈਕੰਡ ਚੀਜ਼ ਆ ਗਈ ਕਿ ਇੱਕ ਸਾਨੂੰ ਬੜੀ ਇੰਪੋਰਟੈਂਟ ਦਿਲਚਸਪ ਚੀਜ਼ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਵਾਟਰ ਸੈਲਿਊਟ ਹੁੰਦਾ ਇੱਕ। ਅੱਛਾ। ਕਿ ਕੋਈ ਵੀ ਜਹਾਜ਼ ਜਿਹੜੇ ਐਂਟਰ ਕਰਦਾ ਕਿਸੇ ਫਲੀਟ ਦੇ ਵਿੱਚ ਤੇ ਉਸ ਜਹਾਜ਼ ਨੂੰ ਵਾਟਰ ਸੈਲਿਊਟ ਦੇ ਕੇ ਐਂਟਰ ਕਰਵਾਇਆ ਜਾਂਦਾ, ਤੇ ਜਿਹੜੇ ਜਹਾਜ਼ ਰਿਟਾਇਰ ਹੁੰਦਾ ਉਸ ਲਈ ਵੀ ਵਾਟਰ ਸੈਲਿਊਟ ਦੇ ਕੇ ਉਹਨੂੰ ਰਿਟਾਇਰ ਕੀਤਾ ਜਾਂਦਾ ਜਹਾਜ਼ ਨੂੰ। ਤੇ ਇੱਕ ਮੈਂ ਤੁਹਾਨੂੰ ਇੱਕ ਕਲਿੱਪ ਦਿਖਾਉਣਾ ਚਾਹਾਂਗਾ ਜਿਹਦੇ ਵਿੱਚ ਇੱਕ ਕਤਾਰ 에ਅਰਵੇਜ਼ ਦਾ ਜਹਾਜ਼ ਜਿਹੜਾ ਉਹਨੇ ਇੱਕ ਬੜੀ ਲੰਬੀ ਫਲਾਈਟ ਦੀ ਜਿਹੜੀ ਹੈ ਉਹ ਟਰੈਵਲ ਕੀਤੀ, ਉਡਾਨ ਭਰੀ, ਜਿਹੜੇ ਨਿਊਜ਼ੀਲੈਂਡ ਦੇ 에ਅਰਪੋਰਟ ਤੇ ਉਤਰਿਆ ਤੇ ਦੇਖੋ ਉਹਨੂੰ ਕਿਸ ਤਰ੍ਹਾਂ ਵਾਟਰ ਸੈਲਿਊਟ ਦਿੱਤਾ ਗਿਆ। ਤੇ ਆਓ ਅਸੀਂ ਉਸ ਕਲਿੱਪ ਨੂੰ ਦੇਖੀਏ ਕਿ ਕਿਸ ਤਰ੍ਹਾਂ ਵਾਟਰ ਸੈਲਿਊਟ ਦਿੱਤਾ ਜਾਂਦਾ ਜਹਾਜ਼ਾਂ ਨੂੰ। ਹੁਣ ਇਸ ਕਲਿੱਪ ਤੋਂ ਬਾਅਦ ਇੱਕ ਬੜੀ ਦਿਲਚਸਪ ਚੀਜ਼ ਹੋਰ ਅਸੀਂ ਦਰਸ਼ਕਾਂ ਨਾਲ ਸਾਂਝੀ ਕਰੀਏ ਕਿ ਜਿਹਦੇ ਵਿੱਚ ਗੁਰੂ ਸਾਹਿਬ ਦੇ ਸਤਿਕਾਰ ਨੂੰ ਲੈ ਕੇ ਕਿੰਤੂ ਪਰੰਤੂ ਕੀਤੇ ਜਾਂਦੇ ਨੇ। ਜਦ ਕਿ ਗੁਰੂ ਸਾਹਿਬ ਦੀ ਅਸੀਂ ਹਸਤੀ ਨੂੰ ਐਸਟੈਬਲਿਸ਼ ਕਰਦੇ ਹਾਂ ਪਾਤਸ਼ਾਹ ਦਾ ਪਾਤਸ਼ਾਹ, ਉਹ ਪਾਤਸ਼ਾਹ ਦਾ ਪਾਤਸ਼ਾਹ, ਸਾਡੇ ਵੈਸੇ ਸੱਚਾ ਪਾਤਸ਼ਾਹ, ਠੀਕ ਹੈ ਨਾ, ਸਾਡੇ ਵੈਸੇ ਸੱਚਾ ਪਾਤਸ਼ਾਹ, ਔਰ ਉਹਦੇ ਦਰਬਾਰ ਦੇ ਵਿੱਚ ਜਿਹੜਾ ਉਹਦਾ ਸਤਿਕਾਰ ਕੀਤਾ ਜਾਂਦਾ। ਉਹਦੇ ਉੱਪਰ ਚੰਦੋਏ ਨੂੰ ਇਹ ਕਹਿੰਦੇ ਨੇ ਬਈ ਤੁਸੀਂ ਚੰਦੋਆ ਜਿਹੜਾ ਉਹਦੇ ਉੱਪਰ ਕਾਸਟਲੀ ਕਿਉਂ ਕੱਸਦੇ ਹੋ, ਠੀਕ ਹੈ ਨਾ, ਉਹਦੇ ਨਾਲ ਬੜੀ ਤਕਲੀਫ ਹੈ ਕੁਝ ਪ੍ਰਚਾਰਕਾਂ ਨੂੰ। ਤੇ ਆਓ ਅਸੀਂ ਇਹ ਦੇਖੀਏ ਕਿ ਜਿਹੜੇ ਬ੍ਰਿਟਿਸ਼ ਪਾਰਲੀਮੈਂਟ ਦਾ ਸੈਸ਼ਨ ਜਿਹੜੇ ਓਪਨ ਹੁੰਦਾ, ਠੀਕ ਹੈ, ਉਹਦੇ ਵਿੱਚ ਦੇਖੀਏ ਕਿ ਮਹਾਰਾਣੀ ਜਿਹੜੇ ਐਂਟਰ ਕਰਦੀ ਹੈ ਤੇ ਮਹਾਰਾਣੀ ਨੇ ਜਿਹੜੀ ਪੋਸ਼ਾਕ ਪਾਈ ਹੈ ਉਹ ਪੋਸ਼ਾਕ ਪਿੱਛੇ ਇੱਕ ਗਾਊਨ ਹੈ, ਚੋਗ ਹੈ, ਉਸ ਚੋਗਾ ਬਹੁਤ ਕਾਸਟਲੀ ਚੋਗ ਹੈ, ਠੀਕ, ਉਹ ਇਤਨਾ ਲੰਬਾ ਚੋਗ ਹੈ ਕਿ ਉਹਨੂੰ 5-6 ਬੰਦੇ ਚੁੱਕ ਕੇ ਚੱਲਦੇ ਨੇ। ਔਰ ਉਹਦੇ ਵਿੱਚ ਕੀ ਇੰਪੋਰਟੈਂਟ ਵਾਲੀ ਚੀਜ਼ ਦੇਖਣ ਵਾਲੀ ਇਹ ਹੈ ਕਿ ਉਹਦੇ ਵਿੱਚ ਦੋ ਚੀਜ਼ਾਂ ਨੂੰ ਅਸੀਂ ਦੇਖਾਂਗੇ, ਠੀਕ ਹੈ। ਇੱਕ ਦੇਖਾਂਗੇ ਕਿ ਇੱਕ ਬਲੈਕ ਰੋਡ ਹੈ, ਠੀਕ ਹੈ, ਕਿ ਪਾਰਲੀਮੈਂਟ ਦਾ ਸੈਸ਼ਨ ਓਪਨ ਕਿਸ ਤਰ੍ਹਾਂ ਹੁੰਦਾ, ਔਰ ਇੱਕ ਹੋਰ ਚੀਜ਼ ਦੇਖਾਂਗੇ ਕਿ ਉਹਦੇ ਵਿੱਚ ਇੱਕ ਮੇਜ਼ ਹੈ ਜਿਹਨੂੰ ਰਾਜਦੰਡ ਕਹਿੰਦੇ ਨੇ। ਇਹ ਰਾਜਦੰਡ ਦੀ ਹਿਸਟਰੀ ਜਿਹੜੀ ਹੈ ਇਹ ਅਥਾਰਟੀ ਦਾ ਪ੍ਰਤੀਕ ਹੈ, ਠੀਕ ਹੈ। ਬਲੈਕ ਰੋਡ ਵੀ ਅਥਾਰਟੀ ਦਾ ਪ੍ਰਤੀਕ ਹੈ, ਔਰ ਇਹ ਪਰੰਪਰਾ ਉਹਨਾਂ ਦੇ ਵਿੱਚ ਸਦੀਆਂ ਤੋਂ ਚਲੀ ਆ ਰਹੀ ਹੈ। ਈਵਨ ਜਿਹੜਾ ਰਾਜਦੰਡ ਦੀ ਪਰੰਪਰਾ ਉਹ ਕਿਸੇ ਟਾਈਮ ਦੇ ਵਿੱਚ ਜਿਹੜਾ ਕਿ ਜੰਗਾਂ ਯੁੱਧਾਂ ਦੇ ਵਿੱਚ ਵਰਤਿਆ ਜਾਂਦਾ ਸੀ, ਉਹ ਜੰਗਾਂ ਯੁੱਧਾਂ ਤੋਂ ਰਾਜਸ਼ਾਹੀ ਦੇ ਅਥਾਰਟੀ ਵਿੱਚ ਕਨਵਰਟ ਹੋਇਆ, ਤੇ ਜਿਹੜੇ ਰਾਜਸ਼ਾਹੀ ਖਤਮ ਹੋਈ ਤੇ ਉਹ ਪਾਰਲੀਮੈਂਟ ਦੀ ਅਥਾਰਟੀ ਦੇ ਰੂਪ ਦੇ ਵਿੱਚ ਕਨਵਰਟ ਹੋ ਗਿਆ, ਉਹਦਾ ਪ੍ਰਤੀਕ ਬਣ ਗਿਆ, ਔਰ ਅੱਜ ਵੀ ਚੱਲ ਰਿਹਾ ਉਸ ਤਰ੍ਹਾਂ। ਔਰ ਇਸ ਕਲਿੱਪ ਨੂੰ ਦੇਖ ਕੇ ਤੁਸੀਂ ਦੇਖੋਗੇ ਕਿ ਬਲੈਕ ਰੋਡ ਦੇ ਵਿੱਚ ਦਾ ਇਸਤੇਮਾਲ ਕਿਸ ਤਰ੍ਹਾਂ ਕੀਤਾ ਜਾਂਦਾ,
ਹਾਊਸ ਆਫ ਕਾਮਨਸ ਨੂੰ ਦੇ ਮੈਂਬਰਾਂ ਨੂੰ ਸੱਦਣ ਵਾਸਤੇ ਠੀਕ ਹੈ। ਹਾਊਸ ਆਫ ਲਾਰਡਸ ਦੇ ਵਿੱਚ ਹਾਂ ਹਾਂ, ਬੰਦਾ ਨਹੀਂ ਭੇਜਿਆ ਜਾਂਦਾ, ਬੰਦਾ ਭੇਜਿਆ ਜਾਂਦਾ ਜਬਕਿ ਉਹ ਬਿਲਕੁਲ ਵਾਕਿੰਗ ਡਿਸਟੈਂਸ ਤੇ ਹੀ ਹਾਂ, ਹੈ। ਬੰਦੇ ਦੇ ਥਰੂ ਮੈਸੇਜ ਨਹੀਂ ਭੇਜਿਆ ਜਾਂਦਾ। ਹਾਂ, ਜਾਂ ਅੱਜ ਕੱਲ੍ਹ ਤੇ ਲੇਕਿਨ ਮੈਸੇਜ ਬਲੈਕ ਰॉड ਦੇ ਥਰੂ ਭੇਜਿਆ ਜਾਂਦਾ। ਅਗਰ ਆਧੁਨਿਕ ਯੁੱਗ ਦਾ ਗੱਲ ਕਰੀਏ ਉਹ ਤੇ ਇੰਟਰਨੈਟ ਵੀ ਹੈ, ਬੈਲ ਵੀ ਹੈ, ਟੈਲੀਫੋਨ ਹੈ, ਬਹੁਤ ਇੱਕ ਕੁਛ ਫੋਨ ਕਰਕੇ ਬੁਲਾਇਆ ਬੁਲਾਇਆ ਜਾ ਜਾ ਸਕਦਾ ਸਕਦਾ ਹੈ। ਵੀ ਹਾਲ ਦੋਵੇਂ ਨੇੜੇ ਨੇੜੇ ਨਹੀਂ ਵਾਕਿੰਗ ਡਿਸਟੈਂਸ ਦੇ ਆਰ ਵਿਦਿਨ ਦੀ ਕਲੋਜ਼ ਪ੍ਰੋਕਸੀਮਿਟੀ। ਬਿਲਕੁਲ ਬਿਲਕੁਲ। ਤੇ ਫੋਨ ਕਰਕੇ ਵੀ ਬੁਲਾ ਬੁਲਾ ਸਕਦੇ ਸਕਦੇ ਬਈ ਐਮਪੀਜ਼ ਨੂੰ ਵੀ ਤੁਸੀਂ ਮਹਾਰਾਣੀ ਬੁਲਾ ਰਹੀ ਹੈ। ਹਾਂ। ਲੇਕਿਨ ਦੇਖੋ ਕਿ ਕਿਸ ਤਰ੍ਹਾਂ ਬਲੈਕ ਰॉड ਜਾਂਦੀ ਹੈ, ਬਲੈਕ ਰॉड ਕਿਸ ਤਰ੍ਹਾਂ ਦਰਵਾਜ਼ੇ ਨੂੰ ਖੜਕਾਉਂਦੀ ਹੈ, ਪਾਰਟੀਕਲ 3 ਵਾਰ ਸਟ੍ਰਾਈਕ ਕਰਦਾ ਹੈ, ਸੰਸਦ ਦਾ ਦਰਵਾਜ਼ਾ ਕਿਸ ਤਰ੍ਹਾਂ ਖੁੱਲਦਾ ਹੈ। 3 ਵਾਰੀ ਖੜਕਾਉਣ ਤੋਂ ਬਾਅਦ ਖੁੱਲਦਾ ਹੈ। ਤੇ ਫਿਰ ਉਹ ਬਲੈਕ ਰॉड ਬੰਦੇ ਨੂੰ ਲੈ ਕੇ ਆਉਂਦੀ ਹੈ। ਤੇ ਫਿਰ ਉਹ ਪਾਰਲੀਮੈਂਟ ਦੇ ਜਿਹੜੇ ਮੈਂਬਰਸ ਨੇ ਚੁਣੇ ਹੋਏ ਪ੍ਰਤੀਨਿਧੀ, ਉਹ ਬਲੈਕ ਰॉड ਦੇ ਕਹਿਣ ਉੱਪਰ ਕੁਈਨ ਦੇ ਹਾਊਸ ਆਫ ਲਾਰਡਸ ਵਿੱਚ ਆਉਂਦੇ ਨੇ। ਉਹ ਰਾਜਦੰਡ ਵੀ ਨਾਲ ਆਉਂਦਾ। ਠੀਕ ਠੀਕ ਠੀਕ। ਉਹਨਾਂ ਨੇ ਰਾਜਦੰਡ ਨੂੰ ਵੀ ਨਹੀਂ ਛੱਡਿਆ ਅਜੇ ਤੱਕ, ਤੇ ਬਲੈਕ ਰॉड ਦੀ ਪਰੰਪਰਾ ਨੂੰ ਵੀ ਅਜੇ ਛੱਡੀ, ਜਦਕਿ 1000 ਸਾਲ ਪੁਰਾਣੀਆਂ ਪਰੰਪਰਾ ਲੰਗ ਤੋਂ ਚਲਦੀਆਂ ਆ ਰਹੀਆਂ। ਤੇ ਆਓ ਦਰਸ਼ਕਾਂ ਨੂੰ ਕਹਾਂਗੇ ਸੀ ਕਿ ਤੁਸੀਂ ਉਹ ਵੀ ਕਲਿੱਪ ਨੂੰ ਜ਼ਰਾ ਦੇਖਣ ਦੀ ਖੇਚਲ ਕਰੋ। Marquis of Cholmondeley, whose job it is today to carry the crown, normally worn by the Queen, but not today, and to carry the crown at the head of the procession. And there we have the Queen's official consort today, the Prince of Wales, who will be 71 next month, having served almost a lifetime as heir to the throne and as Prince of Wales. The Queen was attended so many of these state openings, apart from a few over the years, but the vast majority of them. And will know exactly where every single member of the pageantry and the ceremonial is meant to be, and has a very sharp eye for the detail of the entire thing. I'm told that she misses nothing along the way, so there'll be lots of nerves there among the yeomen and all the others about exactly where they're standing and exactly how they're holding themselves. The train bearers who've been specially chosen, and then of course we have the principal members of the procession, including the captain of the gentlemen at arms and the captain of the yeomen of the guard, who also feature in the procession today. And passing the gentlemen at arms who are lining the Prince's chamber, providing a guard of honour in the Prince's chamber, a short walk through past the statue of Queen Victoria just on the left there, past the portrait of Henry VIII and the other Tudor monarchs, and into this magnificent chamber of the House of Lords, the masterpiece of Barry and Pugin. Queen will approach and take her place on the throne of the House of Lords, with the Prince of Wales next to her. The crown will be placed on the table. The Duchess of Cornwall will take her place on the state chair that's been put there on the right-hand side. And the first thing that we'll hear from the Queen is an invitation to the members of the House of Lords and guests to be seated. My lords, pray be seated. In her first state opening, so a very big moment for her, taking part in one of the most famous pieces of parliamentary ceremonial that we have. Making her way down from the central lobby. Black Rod is announced, and approaching the members' lobby of the House of Commons, where the members congregate, and approaching the door of the Commons, which will be slammed in her face as a sign of the authority of the House of Commons. Three very firm knocks. Black Rod! And she enters. Will there be any heckling? There might be.
Mr. Speaker, the Queen commands this honourable House to attend Her Majesty immediately in the House of Peers. No. I don't know. Some words of dissent there, and no prizes for guessing who they came from. The veteran Labour MP for Bolsover, Dennis Skinner, who specialises in a bit of heckling on these events. And there we have the first time Boris Johnson as Prime Minister walking with Jeremy Corbyn, the leader of the opposition, on this Queen's Speech Day. Ian Blackford of the SNP, Liz Savile-Roberts of Plaid Cymru, members of the Cabinet and the Labour front bench, including... ਹੁਣ ਇਹ ਅਸੀਂ ਦੇਖਿਆ ਬ੍ਰਿਟਿਸ਼ ਪਾਰਲੀਮੈਂਟ ਹਾਂਜੀ ਹੁਣ ਪਾਰਲੀਮੈਂਟਰੀ ਡੈਮੋਕ੍ਰੇਸੀ ਨੂੰ ਛੱਡ ਕੇ ਅਗਰ ਅਸੀਂ ਯੂਨੀਵਰਸਿਟੀਜ਼ ਦੇ ਵਿੱਚ ਜਾਈਏ ਯੂਨੀਵਰਸਿਟੀ ਉੱਥੇ ਗਿਆਨ ਦੀ ਗੱਲ ਕੀਤੀ ਜਾਂਦੀ ਗਿਆਨ ਦੀ ਗੱਲ ਕੀਤੀ ਜਾਂਦੀ ਹੈ ਬਈ ਬੰਦਿਆਂ ਨੂੰ ਪੜ੍ਹਨਾ ਚਾਹੀਦਾ ਬਿਲਕੁਲ, ਲਿਖਣਾ ਪੜ੍ਹਨਾ ਚਾਹੀਦਾ, ਚਾਹੀਦਾ ਲਿਖਣਾ ਉੱਥੇ ਵੀ ਤੁਸੀਂ ਦੇਖੋ ਕਿ ਜਿਹੜੇ ਕਨਵੋਕੇਸ਼ਨ ਹੁੰਦੀ ਹੈ ਤੇ ਕਨਵੋਕੇਸ਼ਨ ਦੀ ਸੈਰੇਮਨੀ ਦੇ ਵਿੱਚ ਵੀ ਯੂਨੀਵਰਸਿਟੀ ਦੀ ਅਥਾਰਟੀ ਦੇ ਪ੍ਰਤੀਕ ਦੇ ਵਿੱਚ ਉਹ ਜਿਹੜਾ ਮੇਜ਼ ਹੈ ਮੇਜ਼ ਰੱਖਿਆ ਜਾਂਦਾ ਜਿਹੜਾ ਰਾਜਦੰਡ ਹੈ ਉਹ ਉਹਦੇ ਆਉਣ ਤੋਂ ਬਾਅਦ ਜਿਹੜੀ ਹੈ ਉਹ ਸਾਰੀ ਅੱਜ ਸਾਡੇ ਵੀ ਸੋ ਕਾਲ ਕੁਝ ਪ੍ਰਚਾਰਕ ਗਿਆਨ ਨੂੰ ਹੀ ਬੜੇ ਪ੍ਰਚਾਰ ਕਰਦੇ ਗਿਆਨ ਦਾ ਬੜਾ ਪ੍ਰਚੰਡ ਪ੍ਰਚਾਰ ਕਰਦੇ ਯੂਨੀਵਰਸਿਟੀ ਗਿਆਨ ਦਾ ਤੇ ਸੋਮਾ ਬਾਹਰ ਦੀ ਯੂਨੀਵਰਸਿਟੀਆਂ ਕੋਲ ਕੁਝ ਸਬਕ ਲੈ ਲੈਣ ਉਹ ਤਾਂ ਗਿਆਨ ਦਾ ਸੋਮਾ ਹੈ ਤੇ ਉਹ ਕਲਿੱਪ ਵੀ ਜ਼ਰਾ ਦਰਸ਼ਕ ਜਿਹੜਾ ਦੇਖ ਲੈਣ to announce or to call. My role is basically to bring the mace into the procession and lay the mace down, and that signifies we're able to confer degrees and certificates to our graduates. It lives in the vaults. ਅੱਛਾ ਇਸ ਕਲਿੱਪ ਤੋਂ ਬਾਅਦ ਅਸੀਂ ਆਉਨੇ ਆ ਕਿ ਜਿਹੜਾ ਕਕਾਰਾਂ ਤੇ ਕਿੰਤੂ ਪਰੰਤੂ ਕੀਤਾ ਹੈ ਹਾਂ ਉਹ ਤਾਂ ਬੜੀ ਕੀਤੀ ਜਾਂਦੀ ਹੈ ਇਹ ਕਿਹਾ ਜਾਂਦਾ ਹੈ ਕਿ ਵੀ ਅੱਜ ਕੱਲ ਤੇ ਬੜੇ ਮਾਡਰਨਾਈਜ਼ਡ ਵੈਪਨ ਹੋ ਗਏ ਨੇ ਹਾਂ ਤਲਵਾਰ ਦੀ ਕੀ ਲੋੜ ਹੈ ਮਿਜ਼ਾਈਲਸ ਆ ਕਿਰਪਾਨ ਦੀ ਕੀ ਲੋੜ ਹੈ AK-47 ਆ ਗਈਆਂ ਕਿਰਪਾਨ ਦੀ ਕੀ ਤੋਪਾਂ ਆ ਗਈਆਂ ਤੇ ਕਿਰਪਾਨ ਦੀ ਕੀ ਮਹੱਤਵ ਹੈ ਠੀਕ ਹੈ ਹੁਣ ਅਸੀਂ ਇਹ ਦੇਖੀਏ ਕਿ ਕਿਰਪਾਨ ਦਾ ਮਹੱਤਵ ਜਿਹੜਾ ਉਹ ਵੈਸਟ ਦੇ ਵਿੱਚ ਕਿਸ ਤਰ੍ਹਾਂ ਵੀ ਅੱਜ ਕਾਇਮ ਹੈ ਕਿਉਂਕਿ ਦਲੀਲ ਬਹੁਤ ਕਰਕੇ ਵੈਸਟਰਨ ਦੀ ਦਿੱਤੀ ਜਾਂਦੀ ਹੈ ਨਾ ਸੋਹਣੇ ਸਮਾਜ ਦੀ ਠੀਕ ਹੈ ਨਾ ਅਸੀਂ ਉਸ ਕਲਿੱਪ ਨੂੰ ਦੇਖੀਏ ਕਿ ਉੱਥੇ ਤਲਵਾਰ ਨੂੰ ਕਿਸ ਤਰ੍ਹਾਂ ਅਕੋਰਡ ਕੀਤਾ ਜਾਂਦਾ ਕਿਸ ਤਰ੍ਹਾਂ ਫੌਜ ਦੇ ਵਿੱਚ ਤਲਵਾਰ ਪਾਰਟ ਐਂਡ ਪਾਰਸਲ ਹੈ ਅੱਜ ਵੀ ਫੌਜ ਉਹ ਇਸ ਕਲਿੱਪ ਰਾਹੀਂ ਤੁਹਾਨੂੰ ਸਾਫ਼ ਹੋ ਜਾਏਗਾ ਸਾਫ਼ ਹੋ ਜਾਏਗਾ The change of responsibility is a simple and traditional event that is rich with symbolism and heritage. Key to the ceremony is the passing of the sword. In 1840, the War Department adopted the unique non-commissioned officer sword. It is a completely functional weapon, not intended for display, but rather for hard and dedicated use. While no longer part of the Army's inventory, American sergeants wore it for over 70 years, during which occurred the Mexican-American War, the Civil War, and the Spanish-American War. The passing of the sword signifies the relinquishing of responsibility and authority from the outgoing to the incoming first sergeant. First sergeants may come and go, but the sword remains razor sharp. ਇਹ ਅਸੀਂ ਦੇਖਿਆ ਫੌਜ ਦੇ ਵਿੱਚ ਤਲਵਾਰ ਦਾ ਤਲਵਾਰ ਦੀ ਇੰਪੋਰਟੈਂਸ ਕੀ ਹੈ ਹੁਣ ਕਿਰਪਾਨ ਜਿਹੜਾ ਜਿਸ ਤਰ੍ਹਾਂ ਸਾਡੀ ਕਿਰਪਾਨ ਹੈ ਹਾਂਜੀ ਹਾਂ ਇਸ ਤਰ੍ਹਾਂ ਗੋਰਖਾਸ ਦੇ ਵਿੱਚ ਖੁਖਰੀ ਹੁੰਦੀ ਹੈ ਠੀਕ ਹੈ ਤੇ ਹੁਣ ਦੇਖੋ ਕਿ ਅੱਜ ਦੇ ਦੌਰ ਦੇ ਵਿੱਚ ਵੀ ਜਿਹੜਾ ਗੋਰਖਾ ਰੈਜੀਮੈਂਟਸ ਨੇ ਉਹ ਖੁਖਰੀ ਦਾ ਡਿਸਪਲੇ ਸਟੇਡੀਅਮ ਵਿੱਚ ਕਿਸ ਤਰ੍ਹਾਂ ਕਰਦੇ ਨੇ ਠੀਕ ਹੈ ਜਦ ਕਿ ਉਹਨਾਂ ਕੋਲ ਹਥਿਆਰ ਬਾਕੀ ਵੀ ਸਾਰੇ ਹਥਿਆਰ ਬਾਕੀ ਵੀ ਹੈ ਨਾ ਲੇਕਿਨ ਟ੍ਰੈਡੀਸ਼ਨਲ ਜਿਹੜੀ ਉਹਨਾਂ ਦਾ ਹਥਿਆਰ ਹੈ ਗੋਰਖਿਆਂ ਦਾ ਉਹਨਾਂ ਕੋਲ ਆਧੁਨਿਕ ਕਿਸਮ ਦੇ ਹਥਿਆਰ ਵੀ ਆਏ ਹੋਏ ਨੇ ਉਹਨੂੰ ਨਹੀਂ ਛੱਡਦੇ ਉਹ ਨਹੀਂ ਛੱਡਦੇ ਤੇ ਅਸੀਂ ਉਹ ਇਸ ਕਲਿੱਪ ਤੋਂ ਦੇਖੀਏ ਇਸ ਕਲਿੱਪ ਤੋਂ ਲੱਗ ਜਾਏਗਾ
ਅੱਛਾ, ਬ੍ਰਿਟੇਨ ਦੇ ਵਿੱਚ ਹੁਣ ਅਸੀਂ ਜਿਹੜੀਆਂ ਪਰੰਪਰਾਵਾਂ ਦੱਸ ਰਹੇ ਹਾਂ, ਜਿਹਦੇ 'ਚ ਕਾਫੀ ਸਾਰੀਆਂ ਪਰੰਪਰਾਵਾਂ ਉਹ ਲੋਕ ਪਾਲਨ ਕਰ ਰਹੇ ਨੇ, ਠੀਕ ਹੈ, ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾਂਦਾ ਕਿ ਉਹਨਾਂ ਦਾ ਰਾਜ ਦੇ ਵਿੱਚ ਸੂਰਜ ਕਦੇ ਡੁੱਬਦਾ ਹੀ ਨਹੀਂ ਸੀ। ਠੀਕ ਹੈ ਨਾ, ਉਹ ਇਤਨੀ ਸ਼ਕਤੀਸ਼ਾਲੀ ਜਿਹੜੀ ਕੌਮ ਹੈ, ਠੀਕ ਹੈ ਨਾ। ਤੇ ਹੁਣ ਤੁਸੀਂ ਦੇਖੋ ਕਿ ਅਗਰ ਕੁਈਨ ਨੇ ਅੱਜ ਦੀ ਡੇਟ ਦੇ ਵਿੱਚ ਵੀ ਕਿਸੇ ਨੂੰ ਨਾਈਟਹੁੱਡ ਦਾ ਅਵਾਰਡ ਦੇਣਾ ਹੋਵੇ, ਠੀਕ ਹੈ, ਜਿਸ ਤਰ੍ਹਾਂ ਸਾਡੇ ਤੇ ਸਰੋਪਾ ਪਾਇਆ ਜਾਂਦਾ, ਬਿਲਕੁਲ ਇਸ ਤਰ੍ਹਾਂ ਨਾਈਟਹੁੱਡ ਦਾ ਅਵਾਰਡ ਕਿਸੇ ਨੂੰ ਦੇਣਾ, ਤੇ ਦੇਖੋ ਉਹਦੇ ਵਿੱਚ ਉਹ ਆਪਣੀ ਪਰੰਪਰਾਗਤ ਜਿਹੜੀ ਤਲਵਾਰ ਹੈ ਉਹ ਕਿਸ ਤਰ੍ਹਾਂ ਉਹਦਾ ਇਸਤੇਮਾਲ ਕੀਤਾ ਜਾਂਦਾ ਤੇ ਨਾਈਟਹੁੱਡ ਅਵਾਰਡ ਦਿੱਤਾ ਜਾਂਦਾ। ਹਾਂ, ਨਹੀਂ ਤੇ ਵੈਸੇ ਇਸ ਤੋਂ ਬਗੈਰ ਵੀ ਜਾ ਸਕਦਾ, ਅਵਾਰਡ ਵੈਸੇ ਵੀ ਦਿੱਤਾ ਜਾ ਸਕਦਾ, ਮੈਡਲ ਹੀ ਦੇਣਾ, ਉਸ ਪਰੰਪਰਾ ਨੂੰ ਪਾਲਦੇ ਪਏ, ਲੇਕਿਨ ਪਰੰਪਰਾ ਦੇਖੋ ਉਹਨਾਂ ਨੇ ਛੱਡੀ ਨਹੀਂ, ਥਾਊਜ਼ੈਂਡ ਆਫ ਈਅਰ ਤੋਂ ਚੱਲਦੀ ਆ ਰਹੀ ਹੈ। ਬਿਲਕੁਲ, ਤੁਸੀਂ ਦੇਖੋ Majesty to receive the honour of knighthood, Captain Sir Thomas More. ਤੇ ਤੁਸੀਂ ਦੇਖੋਗੇ ਕਿ ਸਾਡੇ ਜਿਹੜੇ ਇਹ ਸੋ ਕਾਲਡ ਪ੍ਰਚਾਰਕ ਨੇ ਇਹ ਕਿਸ ਤਰ੍ਹਾਂ ਸਾਨੂੰ ਮੂਰਖ ਬਣਾ ਰਹੇ ਨੇ। ਠੀਕ ਹੈ, ਕਿ ਵੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਨਾ ਟੇਕੋ, ਠੀਕ ਹੈ, ਚੰਦੋਆ ਦੇ ਉੱਪਰ ਟੀਕਾ ਟਿੱਪਣੀਆਂ ਬੇਫਜ਼ੂਲ ਦੀਆਂ, ਉਹ ਸਾਡੀਆਂ ਕਕਾਰਾਂ ਦੇ ਉੱਪਰ ਬੇਫਜ਼ੂਲ ਟੀਕਾ ਟਿੱਪਣੀ ਹੈ, ਠੀਕ ਹੈ ਨਾ, ਸਰੋਵਰਾਂ ਦੇ ਉੱਪਰ, ਠੀਕ ਹੈ, ਇੱਕ ਬਦਤਮੀਜ਼ੀ ਦੇ ਲੈਂਗੁਏਜ ਦੇ ਬਿਲਕੁਲ ਉਹ ਕਰਨੀਆਂ, ਕਿਸੇ ਪਾਰਲੀਮੈਂਟ ਲੈਂਗੁਏਜ ਨੂੰ ਨਹੀਂ। ਔਰ ਇੱਕ ਬੜੀ ਦਿਲਚਸਪ ਚੀਜ਼ ਇੱਥੇ ਅਸੀਂ ਦੇਖੀਏ ਕਿ ਅੱਜ ਦੀ ਡੇਟ ਦੇ ਵਿੱਚ ਵੀ ਵਾਈਟ ਹਾਊਸ ਦੇ ਵਿੱਚ ਇਹ ਹਰ ਸਾਲ ਇੱਕ ਦਿਨ ਆਉਂਦਾ ਜਿਹਦੇ ਵਿੱਚ ਇੱਕ ਪ੍ਰੈਜ਼ੀਡੈਂਟ ਦੇ ਬਾਰੇ 'ਚ ਇਹ ਦੱਸਿਆ ਜਾਂਦਾ ਕਿ ਪ੍ਰੈਜ਼ੀਡੈਂਟ ਬੜਾ ਦਿਆਲੂ ਹੈ, ਔਰ ਉਹ ਮਾਫ ਕਰਨਾ ਜਾਣਦਾ। ਅੱਛਾ, ਠੀਕ ਹੈ ਨਾ, ਉਹ ਜਾਨ ਬਖਸ਼ਣਾ ਜਾਣਦਾ। ਤੇ ਉਹ ਦੇਖੋ ਤੁਸੀਂ ਕਿ ਉਹਨੂੰ ਇੱਕ ਟਰਕੀ ਪ੍ਰੈਜ਼ੈਂਟ ਕੀਤਾ ਜਾਂਦਾ ਥੈਂਕਸ ਗਿਵਿੰਗ ਡੇ ਦੇ ਉੱਪਰ, ਬਰਥਡੇ, ਤੇ ਉਹ ਟਰਕੀ ਨੂੰ ਪਾਰਡਨ ਕਰਦਾ, ਉਹਨੂੰ ਮਾਫ ਕਰਦਾ। ਤੇ ਦੇਖੋ ਤੁਸੀਂ ਇੱਕ ਅਸੀਂ ਦੇਖਦੇ ਹਾਂ ਕਿ ਅਮਰੀਕਨ ਪ੍ਰੈਜ਼ੀਡੈਂਟ ਜਿਹੜਾ ਉਹ ਕਿਸ ਤਰ੍ਹਾਂ ਜਿਹਨੂੰ ਬਹੁਤ ਵੱਡਾ ਪਾਵਰਫੁਲ ਮੰਨਿਆ ਜਾਂਦਾ ਔਰ ਬੜਾ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਂਦਾ, ਬੜਾ ਸੋਹਣਾ ਸਮਾਜ ਵੀ ਗਿਣਦੇ, ਔਰ ਸਾਨੂੰ ਕਿਹਾ ਜਾਂਦਾ ਕਿ ਉਸ ਸਮਾਜ ਦੀ ਨਕਲ ਕਰੋ। ਤੇ ਤੁਸੀਂ ਦੇਖੋ ਕਿ ਟਰਕੀ ਨੂੰ ਕਿਸ ਤਰ੍ਹਾਂ ਪਾਰਡਨ ਕਰਨ ਦੀ ਰਸਮ ਕਿਸ ਤਰ੍ਹਾਂ ਅਦਾ ਕਰਦੇ। Corn, I hereby grant you a full pardon. Thank you, Corn. What a great. ਹੁਣ ਅਸੀਂ ਦਰਸ਼ਕਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਅਸੀਂ ਤੁਹਾਨੂੰ ਇਹ ਸਾਰੀਆਂ ਉਹ ਪਰੰਪਰਾਵਾਂ ਕੁਝ ਮੋਟੇ ਤੌਰ ਤੇ ਦਿਲਚਸਪ ਹੈ, ਬਹੁਤ ਸਾਰੀਆਂ ਉਹ ਤੁਹਾਨੂੰ ਦਿਖਾਉਣ ਦਾ ਯਤਨ ਕੀਤਾ ਹੈ, ਔਰ ਇਹਦੇ ਨਾਲ ਅਸੀਂ ਉਹਨਾਂ ਦਾ ਪਾਜ ਉਘੇੜਿਆ ਉਸ ਪ੍ਰਚਾਰ ਦਾ, ਕੂੜ ਪ੍ਰਚਾਰ ਦਾ, ਜਿਹੜੀਆਂ ਗੁਰੂ ਸਾਹਿਬ ਵੱਲੋਂ ਐਸਟੈਬਲਿਸ਼ ਕੀਤੀਆਂ ਪਰੰਪਰਾਵਾਂ ਨਾਲੋਂ ਸਾਨੂੰ ਤੋੜਨਾ ਚਾਹੁੰਦੇ ਤਾਂ ਕਿ ਕਿਸੇ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਂ ਗੁਰੂ ਸਾਹਿਬਾਨ ਦੀ ਜਿਹੜੀ ਪਾਤਸ਼ਾਹੀ ਹੈ ਉਹਦੇ ਸਟੇਟਸ ਨੂੰ ਅੰਡਰਮਾਈਨ ਕੀਤਾ ਠੱਲ ਪਹੁੰਚਾਈ ਜਾਵੇ। ਅੱਛਾ, ਇਹਦੇ ਵਿੱਚ ਹੁਣ ਅਸੀਂ ਇਹ ਨਹੀਂ ਕਹਿੰਦੇ ਕਿ ਬਈ ਇਹ ਪਰੰਪਰਾਵਾਂ ਨੇ ਉਹਨਾਂ ਦੀ ਤਰੱਕੀ ਕਰਾਈ ਹੈ, ਠੀਕ ਹੈ, ਅਸੀਂ ਇਸ ਡਿਸਕਸ਼ਨ ਵਿੱਚ ਨਹੀਂ ਜਾ ਰਹੇ ਕਿ ਇਹ ਪਰੰਪਰਾਵਾਂ ਦੇ ਕਾਰਨ ਉਹਨਾਂ ਦੀ ਤਰੱਕੀ ਹੋਈ ਹੈ। ਡਿਸਕਸ਼ਨ ਦਾ ਮੁੱਦਾ ਇਹ ਹੈ, ਅਸੀਂ ਸਿਰਫ ਹਾਲੇ ਨਹੀਂ ਆਉਂਦੀਆਂ, ਹਾਂ ਐਗਜ਼ੈਕਟਲੀ, ਡਿਸਕਸ਼ਨ ਦਾ ਮੁੱਦਾ ਇਹ ਹੈ ਕਿ ਇਹ ਸਾਰੀਆਂ ਪਰੰਪਰਾਵਾਂ ਉਹ ਪਾਲਨ ਕਰ ਰਹੇ ਨੇ। ਇੱਕ ਜਹਾਜ਼ ਬੇਜਾਨ ਚੀਜ਼ ਹੈ, ਚਾਹੇ ਉਹ 에ਅਰ ਫੋਰਸ ਦਾ ਹੋਵੇ ਤੇ ਜਾਂ ਉਹ ਸਿਵਲ ਐਵੀਏਸ਼ਨ ਦਾ ਹੋਵੇ, ਉਹਨੂੰ ਸੈਲੂਟ ਦਿੱਤਾ ਜਾਂਦਾ। ਔਰ ਜਿਸਲੇ ਕੋਈ ਪਾਇਲਟ ਜਿਹੜਾ ਉਹ ਇੱਕ ਲੌਂਗ ਸਰਵਿਸ ਕਰਕੇ ਰਿਟਾਇਰ ਹੋ ਕੇ ਜਿਹੜੀ ਲਾਸਟ ਫਲਾਈਟ ਲੈ ਕੇ ਉਤਰਦਾ, ਤੇ ਜਿਸ ਫਲਾਈਟ ਨੂੰ ਲੈ ਕੇ ਉਤਰਦਾ ਉਹਨੂੰ ਵੀ ਵਾਟਰ ਸੈਲੂਟ ਦਿੱਤਾ ਜਾਂਦਾ। ਠੀਕ ਹੈ, ਤੇ ਹੁਣ ਇੱਕ ਜਹਾਜ਼ ਨੂੰ ਵਾਟਰ ਸੈਲੂਟ ਦੇਣ ਦਾ ਮਤਲਬ ਕੀ ਹੈ? ਲੇਕਿਨ ਇਹ ਪਰੰਪਰਾਵਾਂ ਨੇ ਦਾ ਪਾਲਣ ਉਹਨਾਂ ਨੇ ਕੀਤਾ, ਔਰ ਸਾਡੇ ਕਹਿਣ ਦਾ ਮਤਲਬ ਇਹ ਦਰਸਾਉਣਾ ਕਿ ਇਹਨਾਂ ਪਰੰਪਰਾਵਾਂ ਨੇ ਉਹਨਾਂ ਦੀ ਤਰੱਕੀ ਵਿੱਚ ਕੋਈ ਰੋੜਾ ਨਹੀਂ ਅਟਕਾਇਆ।
ਅਸੀਂ ਇਹ ਨਹੀਂ ਕਹਿ ਰਹੇ ਕਿ ਇਹਨਾਂ ਪਰੰਪਰਾਵਾਂ ਦੇ ਕਾਰਨ ਹੀ ਤਰੱਕੀ ਉਹਨਾਂ ਦੀ ਹੋਈ ਹੈ। ਜੀ 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 ਲੇਕਿਨ ਸਮਾਜ ਦੀਆਂ ਆਪਣੀਆਂ ਕੁਝ ਐਸਟੈਬਲਿਸ਼ਡ ਪਰੰਪਰਾਵਾਂ ਹੁੰਦੀਆਂ ਜੀ, ਜੀ। ਹਰ ਸਮਾਜ ਦੀਆਂ। ਬਿਲਕੁਲ ਉਹਦੇ ਵਿੱਚ ਜਿਸ ਤਰ੍ਹਾਂ ਫੌਜ ਦਾ ਅਸੀਂ ਲਿਆ ਕਿ ਫੌਜ ਵੀ ਸੈਲਿਊਟ ਜਿਹੜਾ ਜੀ। ਹੈ ਇੱਕ ਪਰੰਪਰਾਗਤ ਹਾਂ ਸਦੀਆਂ ਤੋਂ ਚੱਲਦਾ ਆ ਰਿਹਾ। ਬਿਲਕੁਲ ਫੌਜੀ ਬੈਂਡ ਦੇ ਬਾਰੇ ਵਿੱਚ ਵੀ ਤੁਸੀਂ ਇੱਕ ਦੇਖ ਲਓ ਕਿ ਫੌਜੀ ਬੈਂਡ ਜਿਹੜਾ ਹੈ ਉਹ ਪਹਿਲੇ ਨਕਾਰਖਾਨੇ ਹੁੰਦੇ ਸੀ। ਜੀ 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 ਰਾਇਲ ਬੈਂਡ ਹੁੰਦਾ ਸੀ ਮੁਗਲਾਂ ਦਾ, ਜਿੱਥੇ ਉਹ ਨਗਾੜੇ ਵਜਾਏ ਜਾਂਦੇ ਸੀ। ਠੀਕ ਹੈ ਨਾ। ਉਹਨਾਂ ਦਾ ਅੱਜ ਬਦਲਵਾਂ ਰੂਪ ਆ ਗਿਆ ਬ੍ਰਾਸ ਬੈਂਡ ਅੱਜ ਦਾ ਬੈਂਡ ਔਰ ਕੋਈ ਦੁਨੀਆ ਦੀ ਐਸੀ ਫੋਰਸ ਨਹੀਂ ਹੈ ਜਿਹਦੇ ਵਿੱਚ ਬ੍ਰਾਸ ਬੈਂਡ ਦੀ ਇੱਕ ਯੂਨਿਟ ਨਾ ਹੋਏ। ਹਰ ਜਗ੍ਹਾ ਹੁੰਦੀ ਹੈ। ਹੁਣ ਕੋਈ ਪੁੱਛੇਗਾ ਵੀ ਫੌਜ ਦਾ ਕੰਮ ਲੜਨਾ ਜਾਂ ਬਾਜੇ ਵਜਾਣਾ ਬਾਜੇ ਵਜਾਣਾ, ਬਿਲਕੁਲ ਹੈ ਜਾਂ ਬੈਗ ਪਾਈਪਰ ਵਜਾਣਾ। ਠੀਕ ਹੈ ਨਾ। ਤੇ ਉਹ ਅਸੀਂ 26 ਜਨਵਰੀ ਹੋਏ ਜਾਂ ਅਮਰੀਕਨ ਦੀ ਕੋਈ ਪਰੇਡ ਹੋਏ ਜਾਂ ਰਸ਼ੀਆ ਦੀ ਕੋਈ ਆਰਮੀ ਪਰੇਡ ਹੋਏ ਜਾਂ ਚਾਈਨਾ ਦੀ ਪਰੇਡ ਹੋਏ, ਉੱਥੇ ਅਸੀਂ ਦੇਖਦੇ ਹਾਂ ਕਿ ਬੈਂਡ ਦੀਆਂ ਜਿਹੜੀਆਂ ਟੁਕੜੀਆਂ ਨੇ ਉਹ ਕਿਸ ਤਰ੍ਹਾਂ ਡਿਸਪਲੇ ਕਰਦੀਆਂ। ਤੇ ਹੁਣ ਪ੍ਰਚਾਰਕ ਸੱਜਣ ਦੱਸਣਗੇ ਕਿ ਫੌਜ ਦਾ ਕੰਮ ਲੜਨਾ ਹੈ ਜਾਂ ਫੌਜ ਦਾ ਕੰਮ ਬਾਜੇ ਵਜਾਣਾ। ਠੀਕ ਹੈ। ਲੇਕਿਨ ਫੌਜ ਬਾਜੇ ਵਜਾਉਂਦੀ ਹੈ। ਠੀਕ ਹੈ ਨਾ। ਸੋ ਇਹ ਗੱਲ ਹੈ, ਸਾਡਾ ਕਹਿਣ ਦਾ ਪਰਪਸ ਇਹ ਹੈ ਕਿ ਸਾਡੇ ਪ੍ਰਚਾਰਕਾਂ ਨੂੰ ਆਪਣੇ ਦਿਮਾਗ ਨੂੰ ਠੀਕ ਕਰਨਾ ਪਏਗਾ। ਹਾਂ, ਇਹ ਦਲੀਲ ਨਹੀਂ ਦੇਣੀ ਕਿ ਸਾਡੀਆਂ ਜਿਹੜੀਆਂ ਪਰੰਪਰਾਵਾਂ ਸਾਡੇ ਕਿਸੇ ਸਮਾਜ ਦੀ ਤਰੱਕੀ ਵਿੱਚ ਆੜੇ ਆਉਂਦੀਆਂ। ਸਾਡਾ ਕਲਿੱਪ ਦਿਖਾਉਣ ਦਾ ਪਰਪਸ ਇਹ ਹੈ ਕਿ ਜੇ ਉਹ ਸੋਚਦੇ ਨੇ ਕਿ ਅਸੀਂ ਅਨਪੜ੍ਹ ਹਾਂ, ਹਾਂਜੀ ਵੀ ਅਸੀਂ ਅਨਪੜ੍ਹ, ਸਾਡਾ ਸਿੱਖ ਸਮਾਜ ਠੀਕ ਨਹੀਂ ਹੈ, ਅੰਗਰੇਜ਼ ਜਾਂ ਬਾਹਰ ਦੇ ਸਮਾਜ ਵੈਸਟਰਨ ਸਮਾਜ ਅਕਸਰ ਉਹ ਅਗਰ ਸਾਡੇ ਕੋਲ ਨਹੀਂ ਕੁਝ ਸਿੱਖਣਾ ਚਾਹੁੰਦੇ ਤੇ ਉਹਨਾਂ ਕੋਲ ਹੀ ਸਿੱਖ ਲੈਣ। ਜੀ ਜੀ ਕਿਉਂਕਿ ਸਾਨੂੰ ਉਹ ਕਹਿ ਰਹੇ ਨੇ ਕਿ ਉਹਨਾਂ ਦੀ ਨਕਲ ਕਰੋ। ਨਕਲ ਕਰ ਲਓ ਠੀਕ ਹੈ। ਅਸੀਂ ਨਕਲ ਕਰਾਂਗੇ ਜਾਂ ਨਹੀਂ ਕਰਾਂਗੇ ਤੇ ਬਾਅਦ ਹੀ ਕਰ ਰਹੀ। ਪਹਿਲੇ ਉਹ ਆਪ ਤੇ ਨਕਲ ਕੁਝ ਸਿੱਖ ਕੇ ਆਪਣੀ ਨੌਲੇਜ ਵਿੱਚ ਵਾਧਾ ਕਰ ਲੈਣ। ਬਿਲਕੁਲ। ਤੋ ਜਿਹੜੇ ਅਨਪੜ੍ਹੇ ਪ੍ਰਚਾਰਕ ਨਾ ਇਸ ਪੱਖੋਂ ਅਨਪੜ੍ਹੇ, ਹਾਂਜੀ, ਉਹਨਾਂ ਨੇ ਇੱਕ ਜਿਹੜੀ ਹੈ ਬੜੀ ਬਚਕਾਨੀਆਂ ਦੀਆਂ ਹਰਕਤਾਂ ਕਰ ਰਹੇ ਨੇ। ਠੀਕ। ਪਤਾ ਉਹਨਾਂ ਨੂੰ ਕੱਖ ਨਹੀਂ ਹੈ, ਉਹਨਾਂ ਨੂੰ ਦੁਨੀਆ ਦਾ ਪਤਾ ਹੀ ਕੱਖ ਨਹੀਂ ਹੈ, ਪੜ੍ਹੇ ਕੱਖ ਨਹੀਂ ਹੈ, ਦੇਖਿਆ ਕੁਝ ਨਹੀਂ ਹੈ, ਔਰ ਬਸ ਇੱਕ ਯਵਲੀਆਂ ਵਾਲਾ ਐਟਮੋਸਫੇਅਰ ਖੜਾ ਕਰਕੇ ਔਰ ਗੁਰੂ ਵੱਲੋਂ ਸਥਾਪਿਤ ਕੀਤੀਆਂ ਮਰਿਆਦਿਤ ਪਰੰਪਰਾਵਾਂ ਜਿਨ੍ਹਾਂ ਦੇ ਨਾਲ ਅਸੀਂ ਇੱਕ ਯੂਨਿਟ ਦੇ ਵਿੱਚ ਬੱਝ ਕੇ ਰਹਿਣਾ, ਜਿਹਦੇ ਪਿੱਛੇ ਬਹੁਤ ਵੱਡਾ ਪਿਛੋਕੜ ਹੈ, ਉਹਨਾਂ ਦੇ ਉੱਪਰ ਟੀਕਾ ਟਿੱਪਣੀ ਕਰਨੀ, ਉਹਨਾਂ ਪਰ ਟੀਕਾ ਟਿੱਪਣੀ ਕਰਨੀ, ਜਾਂ ਤੇ ਇਹ ਮੰਨ ਲੈਣ ਕਿ ਜਿੰਨਾ ਸੋਹਣੇ ਸਮਾਜਾਂ ਵੱਲ ਅਸੀਂ ਦੇਖ ਰਹੇ ਹਾਂ ਜੀ ਜੀ, ਜਾਂ ਤੇ ਉਹ ਦਿਮਾਗੋਂ ਪੈਦਲ ਜੀ ਜੀ, ਜਾਂ ਤੇ ਉਹਨਾਂ ਨੂੰ ਕੱਖ ਨਹੀਂ ਪਤਾ। ਹਾਂ ਬਿਲਕੁਲ। ਤੇ ਜੇ ਉਹਨਾਂ ਨੂੰ ਕੱਖ ਨਹੀਂ ਪਤਾ ਤੇ ਸਾਨੂੰ ਤੁਸੀਂ ਬਾਰ-ਬਾਰ ਕਿਉਂ ਕਹਿ ਰਹੇ ਹੋ ਉਹਨਾਂ ਦੀ ਨਕਲ ਕਰਨ ਨੂੰ ਕਿਉਂ ਕਹਿੰਦੇ ਆ? ਬਿਲਕੁਲ। ਤੇ ਜੇ ਉਹਨਾਂ ਦੀ ਨਕਲ ਕਰਨੀ ਹੈ ਤੇ ਤੁਸੀਂ ਪਹਿਲੇ ਉਹਨਾਂ ਕੋਲ ਕੁਝ ਸਿੱਖ ਲਓ। ਬਿਲਕੁਲ। ਸੋ ਇਹ ਅੱਜ ਦਾ ਪ੍ਰੋਗਰਾਮ ਸਾਡਾ ਦਿਖਾਉਣ ਦਾ ਪਰਪਸ ਸੀ। ਅਸੀਂ ਆਸ਼ਾ ਕਰਨੇ ਹਾਂ ਕਿ ਦਰਸ਼ਕਾਂ ਨੂੰ ਇਹ ਪੱਖ ਸਪਸ਼ਟ ਹੋਇਆ ਹੋਵੇਗਾ ਕਿ ਅਸੀਂ ਕੀ ਆਪਣੀ ਗੱਲ ਕਹਿਣਾ ਚਾਹੁੰਦੇ ਹਾਂ ਜੀ, ਔਰ ਗੁਰੂ ਸਾਹਿਬਾਨ ਵੱਲੋਂ ਸਥਾਪਿਤ ਪਰੰਪਰਾਵਾਂ ਦੀਆਂ ਜਾਂ ਗੁਰੂ ਸਾਹਿਬ ਦੇ ਸਤਿਕਾਰ ਨਾਲ ਜੁੜੀਆਂ ਪਰੰਪਰਾਵਾਂ ਦਾ ਅਸੀਂ ਕਿਸ ਤਰ੍ਹਾਂ ਮੇਨਟੇਨ ਕਰਕੇ ਰੱਖਣਾ। ਅਸੀਂ ਉਹ ਪਰੰਪਰਾਵਾਂ ਸਾਨੂੰ ਸਾਡੇ ਅੱਜ ਨੂੰ ਸਾਡੇ ਪਾਸਟ ਨਾਲ ਜੋੜਦੀਆਂ। ਸਾਡੀਆਂ ਕੁਝ ਇੰਪਾਰਟੈਂਟ ਪਰੰਪਰਾਵਾਂ ਜਿਸ ਤਰ੍ਹਾਂ ਕਕਾਰ ਨੇ ਜਾਂ ਗੁਰੂ ਸਾਹਿਬ ਦਾ ਸਤਿਕਾਰ ਹੈ, ਕੀਰਤਨ ਹੈ, ਮੱਥਾ ਟੇਕਣਾ, ਇਹ ਪਰੰਪਰਾਵਾਂ ਜਿਹੜੀਆਂ ਨੇ ਸਾਨੂੰ ਸਾਡੇ ਪਾਸਟ ਦੇ ਨਾਲ ਜੋੜਦੀਆਂ। ਇਟ ਇਜ਼ ਐਨ unending dialogue between our present and our past। ਔਰ ਇਸ ਡਾਇਲਾਗ ਨੂੰ ਤੋੜਨ ਵਾਸਤੇ ਜਿਹੜਾ ਵੀ ਪ੍ਰਚਾਰਕ ਸਾਹਮਣੇ ਆਉਂਦਾ, ਸੰਗਤ ਦਾ ਕੰਮ ਹੈ ਕਿ ਉਹਨੂੰ ਹੱਥ ਜੋੜ ਦੇਣ ਸਤਿਕਾਰ ਦੇ ਨਾਲ ਕਿ ਭਾਈ ਸਾਹਿਬ ਤੁਸੀਂ ਅਨਪੜ੍ਹ ਜਿਹੇ ਬੰਦੇ ਹੋ, ਤੁਸੀਂ ਸਾਨੂੰ ਪਾਠ ਨਾ ਪੜ੍ਹਾਓ, ਤੁਸੀਂ ਪਹਿਲੇ ਬਾਹਰ ਦੀਆਂ ਯੂਨੀਵਰਸਿਟੀਆਂ ਦੇਖੋ, ਬਾਹਰ ਦੇ ਸਿਸਟਮ ਦੇਖੋ, ਤੇ ਫਿਰ ਆ ਕੇ ਸਾਡੇ ਨਾਲ ਗੱਲ ਕਰਿਓ ਕਿ ਅਸੀਂ ਤੁਹਾਡੇ ਨਾਲੋਂ ਜ਼ਿਆਦਾ ਜਾਣਦੇ ਹਾਂ। ਅੱਜ ਟਾਈਮ ਇਹ ਆ ਗਿਆ ਕਿ ਐਸੇ ਪ੍ਰਚਾਰਕਾਂ ਨੂੰ ਇਹ ਆਈਨਾ ਦਿਖਾਇਆ ਜਾਏ ਕਿ ਤੁਹਾਡੇ ਨਾਲੋਂ ਵੱਧ ਅਸੀਂ ਜਾਣਦੇ ਹਾਂ ਦੀਨ ਦੁਨੀਆ ਦੀਆਂ ਗੱਲਾਂ ਨੂੰ। ਤੁਹਾਡੇ ਨਜ਼ਰੀਏ ਨਾਲ ਸਾਡਾ ਨਜ਼ਰੀਆ ਅੱਗੇ ਹੈ। ਤੋ ਸੋ ਇਸ ਇੱਕ ਧਕਿਆਨੂਸੀ ਨਜ਼ਰੀਏ ਨੂੰ ਪੇਸ਼ ਨਾ ਸਾਡੇ ਅੱਗੇ ਕਰੋ। ਠੀਕ ਹੈ ਨਾ। ਸੋ ਇਹਨਾਂ ਸ਼ਬਦਾਂ ਦੇ ਨਾਲ ਅਸੀਂ ਇਜਾਜ਼ਤ ਚਾਹਾਂਗੇ ਸਾਰੇ ਦਰਸ਼ਕਾਂ ਕੋਲੋਂ। ਇਸ ਪ੍ਰੋਗਰਾਮ ਨੂੰ ਦੀ ਪੇਸ਼ਕਾਰੀ ਵਿੱਚ ਸਾਡੇ ਕੋਲ ਕੋਈ ਭੁੱਲ ਚੁੱਕ ਹੋਈ ਹੋਵੇ ਉਹਦੇ ਵਾਸਤੇ ਅਸੀਂ ਛਮਨ ਦੀ ਇਜਾਜ਼ਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਲੰਮੇ ਸਮੇਂ ਤੋਂ ਬ੍ਰੇਨ ਔਨ ਟੀਵੀ ਤੇ ਇਸ਼ਤਿਹਾਰ ਦੇਣ ਲਈ ਕਈ ਜੋਤਿਸ਼ਾਂ, ਤਾਂਤਰਿਕਾਂ ਤੇ ਪੀਰਾਂ ਦੇ ਫੋਨ ਆ ਰਹੇ ਨੇ, ਪਰ ਹਰੇਕ ਵਾਰੀ ਬ੍ਰੇਨ ਔਨ ਟੀਵੀ ਦੀ ਟੀਮ ਵੱਲੋਂ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਮਸ਼ਹੂਰੀ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਇਸ ਦੇ ਬਾਵਜੂਦ ਵੀ ਕੁਝ ਲੋਕ ਜ਼ੋਰ ਪਾਉਂਦੇ ਨੇ ਕਿ ਸਾਡੀ ਮਸ਼ਹੂਰੀ ਕਰੋ, ਜਿਸ ਦੇ ਸਦਕਾ ਬ੍ਰੇਨ ਔਨ ਟੀਵੀ ਦੀ ਟੀਮ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਿਹੜਾ ਵੀ ਕੋਈ ਜੋਤਸ਼ੀ, ਤਾਂਤਰਿਕ ਜਾਂ ਪੀਰ ਜੇਕਰ ਗੈਰ ਕੁਦਰਤੀ ਤਰੀਕੇ ਨਾਲ ਪੰਜਾਬ ਦੇ ਲੁੱਟੇ ਜਾ ਰਹੇ ਪਾਣੀ ਨੂੰ ਬਚਾ ਲਵੇ ਜਾਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਵਾਉਣ ਵਿੱਚ ਕਾਰਗਰ ਸਾਬਤ ਹੋਵੇਗਾ, ਤਾਂ ਬ੍ਰੇਨ ਔਨ ਟੀਵੀ ਵੱਲੋਂ ਉਸ ਮਹਾਨ ਵਿਅਕਤੀ ਤੇ ਅਸਲੀ ਜੋਤਸ਼ੀ, ਤਾਂਤਰਿਕ ਜਾਂ ਪੀਰ ਦੀ ਮਸ਼ਹੂਰੀ ਸਦਾ ਵਾਸਤੇ ਮੁਫਤ 'ਚ ਕੀਤੀ ਜਾਵੇਗੀ ਤੇ ਅਲੱਗ ਤੋਂ ਮੂੰਹ ਮੰਗੀ ਫੀਸ ਵੀ ਦਿੱਤੀ ਜਾਵੇਗੀ। ਧੰਨਵਾਦ।